ਜਿਹੜੇ ਪੰਜਾਬ ਦੇ ਐਮਐਲਏ ਦੇ ਉਹਨਾਂ ਨੂੰ ਸਿਰਫ 4 ਸਿਕਿਉਰਿਟੀ ਵਾਲੇ ਤੇ ਰਾਘਵ ਚੱਡੇ ਨੂੰ Z+ ਸਿਕਿਉਰਿਟੀ। ਰਾਘਵ ਚੱਡੇ ਨੂੰ ਥ੍ਰੈਟ ਕੀ ਹੈ? ਇੱਥੋਂ ਇਹ ਸਮਝ ਆ ਗਿਆ ਕਿ ਥ੍ਰੈਟ ਪਰਸੈਪਸ਼ਨ 100% ਬੋਗਸ ਹੈ। ਸਿੱਧੂ ਮੂਸੇਵਾਲਾ ਸਾਡਾ ਇੱਕ ਹੋਣਹਾਰ ਨੌਜਵਾਨ ਪੰਜਾਬ ਦਾ, ਇਹਨਾਂ ਨਲਾਇਕਾਂ ਦੀ ਕਰਕੇ ਆ ਰਾਘਵ ਚੱਡਾ ਤੇ ਆ ਕੇਜਰੀਵਾਲ ਤੇ ਆ ਭਗਵੰਤ ਮਾਨ ਇਹਨਾਂ ਨੂੰ ਸਿਕਿਉਰਿਟੀ ਦੇਣ ਦੀ ਖਾਤਰ ਸਾਡੇ ਸਿੱਧੂ ਮੂਸੇਵਾਲੇ ਦੀ ਸਿਕਿਉਰਿਟੀ ਵਾਪਸ ਲਈ ਗਈ। ਉਹਦੇ ਪਿਓ ਨੂੰ ਥ੍ਰੈਟਸ ਆ ਰਹੇ ਨੇ ਹੁਣ ਉਹਨਾਂ ਨੂੰ ਸਿਕਿਉਰਿਟੀ ਕੋਈ ਨਹੀਂ ਗਈ। ਸਾਡੇ ਪੰਜਾਬ ਦੇ ਨੌਜਵਾਨ ਆਰ not for the disposal of protecting people from outside ਪੰਜਾਬ। ਪਾਣੀ ਕਰ ਲਈ ਉੱਥੇ ਜਾਂਦੇ ਆ, ਜਿੰਨੇ ਵੀ ਪਬਲਿਕ ਇੰਟਰਸਟ ਦੇ ਇਸ਼ੂਜ਼ ਉੱਥੇ ਪਹੁੰਚਦੇ ਆ। ਜਿਹੜੇ ਪੰਜਾਬ ਦੇ ਐਮਐਲਏ ਦੇ ਉਹਨਾਂ ਨੂੰ ਸਿਰਫ 4 ਸਿਕਿਉਰਿਟੀ ਵਾਲੇ ਤੇ ਰਾਘਵ ਚੱਡੇ ਨੂੰ Z+ ਸਿਕਿਉਰਿਟੀ। ਪੰਜਾਬ ਦੇ ਵਿੱਚੋਂ ਜਿਹੜੇ ਬਾਕੀ 7 ਰਾਜ ਸਭਾ ਦੇ ਮੈਂਬਰ ਆ ਉਹਨਾਂ ਨੂੰ ਤਾਂ ਕਿਸੇ ਨੂੰ Z ਸਿਕਿਉਰਿਟੀ ਨਹੀਂ ਦਿੱਤੀ। ਸਾਡੇ 13 ਮੈਂਬਰ ਪਾਰਲੀਮੈਂਟ ਨੇ ਪੰਜਾਬ 'ਚ ਲੋਕ ਸਭਾ ਦੇ, ਬਹੁਤਿਆਂ ਦੇ ਕੋਲ ਸਧਾਰਨ ਸਿਕਿਉਰਿਟੀ ਹੈ। ਔਰ ਰਾਘਵ ਚੱਡੇ ਨੂੰ ਥ੍ਰੈਟ ਕੀ ਹੈ? ਇੱਥੋਂ ਇਹ ਸਮਝ ਆ ਗਿਆ ਕਿ ਥ੍ਰੈਟ ਪਰਸੈਪਸ਼ਨ 100% ਬੋਗਸ ਹੈ, 100% ਬੋਗਸ ਹੈ। ਜਿਹਨੂੰ ਮਰਜ਼ੀ ਅਫਸਰ ਨੂੰ ਉਹਦਾ ਕੰਨ ਮਰੋੜ ਕੇ ਤੁਸੀਂ ਲਿਖਾ ਲਓ ਕਿ ਰਾਘਵ ਚੱਡੇ ਦੀ ਲਿਖਦੇ ਕਿ ਇਹਨੂੰ ਬਹੁਤ ਖਤਰਾ ਵਾ, ਇਹਨੂੰ Z+ ਸਿਕਿਉਰਿਟੀ ਦੇਣੀ ਹੈ। ਇਹਦਾ ਥ੍ਰੈਟ ਪਰਸੈਪਸ਼ਨ ਦਾ ਖੁਲਾਸਾ ਹੋ ਗਿਆ ਅੱਜ ਸਾਰੀ ਗੱਲ। ਸਿੱਧੂ ਮੂਸੇਵਾਲਾ ਸਾਡਾ ਇੱਕ ਹੋਣਹਾਰ ਨੌਜਵਾਨ ਪੰਜਾਬ ਦਾ, ਇਹਨਾਂ ਨਲਾਇਕਾਂ ਦੀ ਕਰਕੇ ਆ ਰਾਘਵ ਚੱਡਾ ਤੇ ਆ ਕੇਜਰੀਵਾਲ ਤੇ ਆ ਭਗਵੰਤ ਮਾਨ ਇਹਨਾਂ ਨੂੰ ਸਿਕਿਉਰਿਟੀ ਦੇਣ ਦੀ ਖਾਤਰ ਸਾਡੇ ਸਿੱਧੂ ਮੂਸੇਵਾਲੇ ਦੀ ਸਿਕਿਉਰਿਟੀ ਵਾਪਸ ਲਈ ਗਈ। ਔਰ ਉਸ ਨੂੰ ਫਿਰ ਮੁੜ ਕੇ ਆਪਣੇ ਸਾਰੇ ਸੋਸ਼ਲ ਮੀਡੀਆ ਦੇ ਉੱਤੇ ਸ਼ੇਅਰ ਕੀਤਾ ਗਿਆ। ਔਰ ਤੁਸੀਂ ਸਭ ਨੇ ਸੁਣ ਲਿਆ, ਮੈਂ ਪਿਛਲੀ ਵਾਰ ਵੀ ਕਿਹਾ ਸੀ, ਲਾਰੈਂਸ ਬਰਾੜ ਦਾ ਸ਼ਾਇਦ ਉਹਦਾ ਕਨਫੈਸ਼ਨ ਹੈ, ਜਿਹੜਾ ਪ੍ਰਿਯ ਵਰਤ ਸ਼ੂਟਰ ਹੈ, ਉਹਨੇ ਕਿਹਾ ਕਿ ਮੈਨੂੰ ਗੋਲਡੀ ਬਰਾੜ ਹੈ ਜਿਹੜਾ ਵੀ ਕੋਈ ਸੀਗਾ ਉਹਨਾਂ ਦਾ ਉੱਥੇ ਬੈਠਾ ਬਾਹਰ, ਉਹਦੇ ਆਦੇਸ਼ ਆ ਗਏ ਨੇ ਕਿ ਅੱਜ ਸਿੱਧੂ ਮੂਸੇਵਾਲੇ ਦੀ ਸਿਕਿਉਰਿਟੀ ਵਾਪਸ ਲੈ ਲਈ ਹੈ, ਉਹਦਾ ਕੰਮ ਤਮਾਮ ਕਰ ਦਿਓ। 28 ਨੂੰ ਉਹਦੀ ਸਿਕਿਉਰਿਟੀ ਵਾਪਸ ਹੁੰਦੀ ਹੈ, 29 ਨੂੰ ਉਹਦਾ ਕਤਲ ਹੋ ਜਾਂਦਾ ਵਾ। ਆ ਬੰਦੇ ਜ਼ਿੰਮੇਵਾਰ ਨੇ ਜਿਹੜੇ ਆਪਣੇ ਆਪ ਨੂੰ Z ਸਿਕਿਉਰਿਟੀ ਦਵਾਈ ਜਾਂਦੇ ਨੇ, Z+ ਸਿਕਿਉਰਿਟੀ ਦਵਾਈ ਜਾਂਦੇ ਨੇ, ਤੇ ਜਿਨ੍ਹਾਂ ਨੂੰ ਲੋੜ ਸੀ, ਜਿਸ ਦੀ ਜ਼ਿੰਦਗੀ ਦੇ ਬਾਰੇ ਉਹਨਾਂ 3-4 ਪਹਿਲਾਂ ਥ੍ਰੈਟਸ ਆ ਚੁੱਕੇ ਸੀ, ਉਹਦੇ ਪਿਓ ਨੂੰ ਥ੍ਰੈਟਸ ਆ ਰਹੇ ਨੇ ਹੁਣ ਉਹਨਾਂ ਨੂੰ ਸਿਕਿਉਰਿਟੀ ਕੋਈ ਨਹੀਂ ਗਈ। ਤੇ ਰਾਘਵ ਚੱਡੇ ਨੂੰ ਜਿਹੜੇ ਮਾਡਲਿੰਗ ਕਰਦੇ ਨੇ ਦਿੱਲੀ ਦੇ ਵਿੱਚ, ਜਿਹੜੇ ਸਾਡੇ ਪੰਜਾਬ ਜਿਹੜਾ ਸਾਡਾ ਵਿਰਸਾ ਵਾ, ਗੁਰੂਆਂ ਦੀ ਧਰਤੀ, ਛੋਟੇ ਛੋਟੇ ਸਾਹਿਬਜ਼ਾਦਿਆਂ ਦੇ ਖੂਨ ਡੁੱਲਿਆ ਹੋਇਆ ਇੱਥੇ, ਗੁਰੂ ਤੇਗ ਬਹਾਦਰ ਦੀ ਸ਼ਹਾਦਤ, ਬਾਬਾ ਬੰਦਾ ਸਿੰਘ ਬਹਾਦਰ ਵਰਗੇ ਯੋਧੇ ਪੈਦਾ ਕੀਤੇ, ਉਹ ਪੰਜਾਬ ਨੂੰ ਹੁਣ ਚਲਾ ਰਹੇ ਨੇ ਰਾਘਵ ਚੱਡੇ ਪਾਰਟੀ 'ਚ। ਬਹੁਤ ਅਫਸੋਸ ਦੀ ਗੱਲ ਹੈ, ਸ਼ਰਮ ਦੀ ਗੱਲ ਹੈ। ਔਰ ਮੇਰੀ ਭਗਵੰਤ ਮਾਨ ਨੂੰ ਬੇਨਤੀ ਹੈ ਕਿ ਖੜੇ ਹੋ ਅੱਛੇ ਤਰੀਕੇ ਨਾਲ, ਹੋਲਡ ਯੋਰ ਹੈਡ ਹਾਈ, ਸਟ੍ਰੇਟਨ ਯੋਰ ਸਪਾਈਨ, ਆਪਣੀ ਰੀੜ੍ਹ ਦੀ ਹੱਡੀ ਕਾਇਮ ਕਰ, ਠੀਕ ਕਰ, ਵਰਨਾ ਤੁਹਾਨੂੰ ਪੰਜਾਬ ਇਹ ਚਲਾਉਣ ਨਹੀਂ ਦੇਗੇ। ਔਰ ਇਹਨਾਂ ਦੀ ਸਿਕਿਉਰਿਟੀ ਵਾਪਸ ਕੀਤੀ ਜਾਵੇ ਤੁਰੰਤ, ਵਿੱਚੇ ਕੇਜਰੀਵਾਲ ਤੋਂ ਵਿਡਰਾਅ ਕੀਤੀ ਜਾਵੇ, ਵਿੱਚੇ ਰਾਘਵ ਚੱਡੇ ਦੀ ਜਿਹੜੀ Z+ ਸਿਕਿਉਰਿਟੀ ਉਹ ਵਾਪਸ ਕੀਤੀ ਜਾਵੇ। ਸਾਡੇ ਪੰਜਾਬ ਦੇ ਨੌਜਵਾਨ ਆਰ not for the disposal of protecting people from outside ਪੰਜਾਬ। ਕੱਲ ਨੂੰ ਸਾਡੇ ਜਵਾਨ ਨੂੰ ਕੋਈ ਹਬੀ ਨਬੀ ਹੋ ਗਈ, ਉੱਥੇ ਕਿਸੇ ਦੇ ਸੱਟ ਲੱਗ ਗਈ, ਕੋਈ ਝਰੀਟ ਪੈ ਗਈ, ਕੀ ਭਗਵੰਤ ਸਿੰਘ ਮਾਨ ਤੁਸੀਂ ਜ਼ਿੰਮੇਵਾਰ ਹੋਵੋਗੇ? ਇੱਕ ਤਾਂ ਮਸਲਾ ਮੇਰਾ ਹੈ, ਮੈਂ ਤੁਹਾਡੇ ਡੋਮੇਨ ਦੇ ਵਿੱਚ ਲੈ ਕੇ ਆਉਣਾ ਸੀ, ਬਹੁਤ ਅਫਸੋਸ ਦੀ ਗੱਲ ਹੈ। ਦੂਸਰਾ, ਕੱਲ ਤੁਸੀਂ ਦੇਖਿਆ ਐਡਵੋਕੇਟ ਜਨਰਲ ਬਦਲਿਆ ਗਿਆ ਵਾ, ਅਨਮੋਲ ਸਿੱਧੂ ਨੂੰ ਬਦਲ ਕੇ ਤੇ ਮਿਸਟਰ ਵਿਨੋਦ ਘਾਈ ਨੂੰ ਲਾਇਆ। ਠੀਕ ਹੈ, ਅਸੀਂ ਮੰਨਦੇ ਹਾਂ ਕਿ ਸਰਕਾਰਾਂ ਦਾ ਪ੍ਰੈਰੋਗੇਟਿਵ ਆ, ਇਹ ਉਹਨਾਂ ਦੀ ਚੋਇਸ ਹੁੰਦੀ ਹੈ ਕਿ ਉਹ ਐਡਵੋਕੇਟ ਜਨਰਲ ਆਪਣਾ ਲਾ ਸਕਦੇ ਨੇ। ਪਰ ਜਿਸ ਢੰਗ ਦੇ ਨਾਲ ਸੋਸ਼ਲ ਮੀਡੀਆ ਦੇ ਉੱਤੇ ਉਹਦੀਆਂ ਤਸਵੀਰਾਂ ਆ ਗਈਆਂ ਬਾਬਾ ਰਾਮ ਰਹੀਮ ਦੇ ਨਾਲ, ਜਿਸ ਦੀ ਬਦੌਲਤ ਪੰਜਾਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋਈਆਂ, ਔਰ ਉਹ ਬੇਅਦਬੀਆਂ ਨੂੰ ਪ੍ਰੋਟੈਸਟ ਕਰਦੇ ਕਰਦੇ ਜਿਹੜੇ ਬੇਗੁਨਾਹ ਲੋਕ ਸੀਗੇ ਉਹ ਬਹਿਬਲ ਕਲਾਂ ਦੇ ਵਿੱਚ ਮਾਰੇ ਗਏ। ਉਸ ਰਾਮ ਰਹੀਮ ਦੇ ਵਕੀਲ ਨੂੰ, ਉਸ ਸਾਧ ਦੇ ਵਕੀਲ ਨੂੰ ਇਹਨਾਂ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਐਡਵੋਕੇਟ ਜਨਰਲ ਲਾਇਆ। ਔਰ ਜਦੋਂ ਭਗਵੰਤ ਮਾਨ ਨੂੰ ਮੇਰੇ ਹਿਸਾਬ ਨਾਲ ਪਤਾ ਵੀ ਨਹੀਂ ਸੀਗਾ ਕਿ ਉਹਨੂੰ ਐਡਵੋਕੇਟ ਜਨਰਲ ਲਾ ਰਹੇ ਨੇ, ਕਿਉਂਕਿ ਜਦੋਂ ਪੱਤਰਕਾਰਾਂ ਨੇ ਪੁੱਛਿਆ ਕਿ ਤੁਹਾਡੇ ਐਡਵੋਕੇਟ ਜਨਰਲ, ਉਹਨੂੰ ਤਾਂ ਨਾਮ ਵੀ ਨਹੀਂ ਸੀ ਪਤਾ। ਤੁਸੀਂ ਅੱਛੀ ਤਰ੍ਹਾਂ ਵੀਡੀਓ ਸੁਣ ਲਿਓ, ਉਹਦੇ 'ਚ ਉਹਦਾ ਨਾਮ ਹੈਗਾ ਵਿਨੋਦ ਘਈ, ਤੇ ਭਗਵੰਤ ਸਿੰਘ ਮਾਨ ਉਹਨੂੰ ਵਿਨੀਤ ਘਈ ਦੱਸ ਰਿਹਾ ਵਾ। ਜਿਸ ਚੀਫ ਮਿਨਿਸਟਰ ਨੂੰ ਆਪਣੇ ਐਡਵੋਕੇਟ ਜਨਰਲ ਦਾ ਨਾਮ ਨਹੀਂ ਪਤਾ ਹੈਗਾ, ਹਾਊ ਡੂ ਯੂ ਥਿੰਕ ਕਿ ਉਸ ਨੂੰ ਅਪਾਇੰਟ ਕਰਨ ਦੇ ਵਿੱਚ ਉਹਦਾ ਕੋਈ ਰੋਲ ਹੋਵੇਗਾ? ਔਰ ਨਾ ਸਿਰਫ ਰਾਮ ਰਹੀਮ, ਬਟ ਲੋਟਸ ਆਫ ਕਰਪਟ ਪੀਪਲ ਆਫ ਪੰਜਾਬ, ਉਹਨਾਂ ਨੂੰ ਪ੍ਰੋਟੈਕਟ ਕਰਨ ਦੇ ਵਿੱਚ ਇਸ ਵਕੀਲ ਨੇ ਰੋਲ ਅਦਾ ਕੀਤਾ। ਮੇਰਾ ਕੋਈ ਨਾਲ ਜ਼ਾਤੀ ਰੰਜਿਸ਼ ਨਹੀਂ ਕੀ, ਪਰ ਇੱਕ ਪਾਸੇ ਤੁਸੀਂ ਕਹਿੰਦੇ ਆ ਤੁਹਾਡੇ ਮਿਨਿਸਟਰ ਹੁਣੇ
थोड़े दिन पहला मिनिस्टर्स ਜਿਹੜੇ ਸੀਗੇ ਉਹ ਪਰਸੋਂ ਚੌਥ ਗਏ ਨੇ ਇਹਦੇ ਕੋਲ ਸੁਖਰਾਜ ਸਿੰਘ ਜਿਹੜੇ ਧਰਨੇ ਤੇ ਬੈਠੇ ਨੇ ਬਰਗਾੜੀ ਕਿ ਅਸੀਂ ਤੁਹਾਡਾ ਇਨਸਾਫ ਦੇਵਾਂਗੇ। ਉੱਥੇ ਕਹਿੰਦੇ ਇਨਸਾਫ ਦੇਵਾਂਗੇ ਤੇ ਜਿਹੜਾ ਆਦਮੀ ਰਾਮ ਰਹੀਮ ਦਾ ਵਕੀਲ ਰਿਹਾ ਉਹਨੂੰ ਉਹਦੀ ਪ੍ਰੋਟੈਕਸ਼ਨ ਭਾਲਦਾ ਸੀ, ਉਹਦੀ ਹਿਫਾਜ਼ਤ ਕਰਦਾ ਸੀ, ਉਹਦੀ ਡਿਫੈਂਸ ਕਰਦਾ ਸੀਗਾ, ਉਸ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਸੂਬੇ ਦਾ ਸਭ ਤੋਂ ਵੱਡਾ ਕਾਨੂੰਨ ਦਾ ਅਫਸਰ ਐਡਵੋਕੇਟ ਜਨਰਲ ਨਿਯੁਕਤ ਕਰ ਰਹੀ ਹੈ। ਤੇ ਇਸ ਨਿਯੁਕਤੀ ਤੇ ਵੀ ਨਜ਼ਰਸਾਨੀ ਜਿਹੜੀ ਹੈ ਉਹ ਅਵਸ਼ ਬਣਦੀ ਹੈ। ਤੀਸਰਾ ਮੁੱਦਾ ਕਿਸਾਨਾਂ ਨਾਲ ਜੁੜਿਆ। ਪੰਜਾਬ ਦੇ ਵਿੱਚ ਪਿਛਲੇ ਦਿਨੀ ਬਹੁਤ ਸਾਰਾ ਹਮਲਾ ਹੋਇਆ ਗੁਲਾਬੀ ਸੁੰਡੀ ਦਾ, ਵਾਈਟ ਫਲਾਈ ਦਾ, ਕਾਟਨ ਦੇ ਕ੍ਰੌਪ ਤੇ, ਔਰ ਮਾਲਵੇ ਦੀ ਧਰਤੀ ਤੇ ਪੰਜਾਬ ਸਾਰੇ ਦੇ ਵਿੱਚ ਬਹੁਤ ਜਗ੍ਹਾ ਤੇ ਵਾਟਰ ਲੌਗਿੰਗ ਦਾ ਕ੍ਰੌਪਸ ਖਰਾਬ ਹੋਏ ਨੇ। ਸਾਡੇ ਆਪਣੇ ਹਲਕੇ ਭਲੱਥ ਦੇ ਵਿੱਚ ਜਾਂ ਦੁਆਬੇ ਦੇ ਵਿੱਚ ਜਾਂ ਮਾਝੇ ਦੇ ਵਿੱਚ ਜਾਂ ਮਾਲਵੇ ਦੇ ਵਿੱਚ ਬੇਤਹਾਸ਼ਾ ਫਸਲ ਖਰਾਬ ਹੋਈ ਆ, ਕਿਉਂਕਿ ਜਿਹੜੀਆਂ ਨਵੀਆਂ ਸੜਕਾਂ ਬਣਾਉਂਦੀਆਂ PWD ਉਹਦਾ ਕਿਤੇ ਪਾਣੀ ਦੇ ਲਾਂਘੇ ਦਾ ਜਗ੍ਹਾ ਹੀ ਨਹੀਂ ਰੱਖੀ ਹੋਈ ਬਿਲਕੁਲ ਵੀ। ਜਿੰਨੀਆਂ ਪੰਜਾਬ ਦੇ ਵਿੱਚ ਨਵੀਆਂ ਸੜਕਾਂ, ਚਾਹੇ ਉਹ ਪਲਾਨ ਰੋਡਸ ਨੇ, ਚਾਹੇ ਨੈਸ਼ਨਲ ਹਾਈਵੇਜ਼ ਨੇ, ਚਾਹੇ ਲਿੰਕ ਰੋਡਸ ਨੇ, ਉਹਦੇ 'ਚ ਪਾਣੀ ਦੇ ਨਿਕਾਸ ਦੀ ਜਗ੍ਹਾ ਹੀ ਨਹੀਂ ਰੱਖੀ ਹੋਈ, ਔਰ ਜਿਹਦੇ ਕਰਕੇ ਵਾਟਰ ਲੌਗਿੰਗ ਕਰਕੇ ਕਿਸਾਨਾਂ ਦੀ ਬੇਸ਼ਕੀਮਤੀ ਫਸਲ ਜਿਹੜੀ ਆ ਉਹ ਬਹੁਤ ਬੁਰੀ ਤਰ੍ਹਾਂ ਤਬਾਹ ਹੋਈ ਆ। ਔਰ ਨਾਲ ਹੀ ਜਿਹੜਾ ਮੈਂ ਕਿਹਾ ਗੁਲਾਬੀ ਸੁੰਡੀ, ਖਾਸ ਤੌਰ ਤੇ BT ਕਾਟਨ ਦੀ ਮੈਂ ਗੱਲ ਕਰਾਂ ਤਾਂ ਇੱਥੇ ਸਪੂਰੀਅਸ ਸੀਡ ਮਿਲ ਰਿਹਾ ਪੰਜਾਬ ਦੇ ਵਿੱਚ, ਨਕਲੀ ਸੀਡ ਦਿੱਤਾ ਜਾ ਰਿਹਾ ਵਾ। ਕਿਤੇ ਵੀ ਆਉਂਦਾ, ਕੌਣ ਵੇਚਦਾ ਮੈਨੂੰ ਨਹੀਂ ਪਤਾ, ਲੇਕਿਨ ਪੰਜਾਬ ਸਰਕਾਰ ਨੂੰ ਇੱਕ ਸੀਡ ਪਾਲਿਸੀ ਤੁਰੰਤ, ਆਪਾਂ 50 ਕਾਰਪੋਰੇਸ਼ਨਾਂ ਦੇ ਬੋਰਡ ਬਣਾਏ ਹੋਏ ਨੇ ਬੋਗਸ, ਜਿਹੜੇ ਸਾਡਾ ਪੈਸਾ ਖਾ ਰਹੇ ਨੇ, ਕੰਮ ਕੁਛ ਨਹੀਂ ਕਰਦੇ। ਅਫਸਰਾਂ ਦੇ ਘਰਾਂ ਵਿੱਚ 4-4 ਗੱਡੀਆਂ ਖੜੀਆਂ ਨੇ, ਜਿਹਦੇ ਕਰਕੇ ਅਸੀਂ ਕਰਜ਼ੇ ਹੋ ਗਏ ਪੰਜਾਬ ਦੀ ਸਟੇਟ। ਤੁਸੀਂ ਇੱਕ ਸੀਡ ਦਾ ਇੱਕ ਪਾਲਿਸੀ ਬਣਾਓ, ਔਰ ਜਿਹੜਾ ਸੀਡ ਪੰਜਾਬ ਦੀ ਸਰਕਾਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਸਰਟੀਫਾਈ ਕਰੇ, ਸਿਰਫ ਉਸ ਸੀਡ ਨੂੰ ਹੀ ਮਾਨਤਾ ਦੇ ਕੇ ਕਿਸਾਨਾਂ ਨੂੰ ਦਿੱਤਾ ਜਾਵੇ। ਲੇਕਿਨ ਇਹ ਤਾਂ ਹੀ ਉਹ ਪੋਸੀਬਲ ਹੋਊਗਾ ਜੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦਾ ਕੋਈ ਰੈਗੂਲਰ VC ਲਾਉਂਗੇ। ਮੈਂ ਪਿਛਲੀ ਵਾਰ ਵੀ ਕਿਹਾ ਸੀਗਾ, ਮੈਂ ਚਿੱਠੀ ਵੀ ਲਿਖੀ ਹੈ ਭਗਵੰਤ ਸਿੰਘ ਮਾਨ ਨੂੰ, ਇੱਕ ਵੀ ਚਿੱਠੀ ਦਾ ਜਵਾਬ ਨਹੀਂ ਦਿੰਦੇ ਚੀਫ ਮਿਨਿਸਟਰ ਦੇ ਆਫਿਸ, ਇੱਕ ਵੀ ਚਿੱਠੀ ਦਾ। ਆਈ ਐਮ ਨਾਟ ਓਨਲੀ ਐਨ MLA, ਆਈ ਐਮ ਆਲ ਇੰਡੀਆ ਪ੍ਰੈਜ਼ੀਡੈਂਟ ਆਫ ਦ ਕਿਸਾਨ ਕਾਂਗਰਸ, ਜਿਹੜੀ ਸਾਰੀ ਦੇਸ਼ ਦੀ ਤਨਜ਼ੀਮ ਆ ਕਿਸਾਨਾਂ ਦੀ। ਔਰ ਮੇਰਾ ਖਿਆਲ ਹੈ ਸਾਡੇ ਲੀਡਰ ਆਫ ਆਪੋਜੀਸ਼ਨ ਪ੍ਰਤਾਪ ਸਿੰਘ ਬਾਜਵਾ ਵੀ ਚਿੱਠੀ ਲਿਖਦੇ ਨੇ, ਜਵਾਬ ਨਹੀਂ ਦਿੰਦੇ। ਸਾਡੇ ਪ੍ਰੈਜ਼ੀਡੈਂਟ ਰਾਜਾ ਵੜਿੰਗ ਚਿੱਠੀ ਲਿਖਦੇ ਨੇ, ਜਵਾਬ ਨਹੀਂ ਦਿੰਦੇ। ਇਸ ਲਈ ਇਹਦੇ ਨਾਲੋਂ ਜ਼ਿਆਦਾ ਸ਼ਰਮਨਾਕ ਗੱਲ ਇਸ ਸਰਕਾਰ ਵਾਸਤੇ ਨਹੀਂ ਹੋ ਸਕਦੀ ਕਿ ਜਿਹੜੀ ਯੂਨੀਵਰਸਿਟੀ ਨੇ ਖੋਜ ਕਰਨੀ ਆ, ਜਿਹੜਾ ਕੇਂਦਰ ਆ ਸਾਡੀ ਖੇਤੀ ਦਾ, ਜਿੱਥੋਂ ਹਰੀ ਕ੍ਰਾਂਤੀ ਪੈਦਾ ਹੋਈ, ਜਿੱਥੋਂ ਨਵੇਂ ਬੀਜ ਪੈਦਾ ਹੋਏ, ਜਿੱਥੇ ਰਿਸਰਚ ਹੋਣੀ ਆ, ਉੱਥੇ ਵਾਈਸ ਚਾਂਸਲਰ ਵੀ ਇੱਕ ਬਿਊਰੋਕਰੈਟ ਆਇਆ ਹੋਇਆ। ਵੀ ਨੀਡ ਅ ਟੈਕਨੋਕ੍ਰੈਟ ਐਜ਼ ਅ ਵਾਈਸ ਚਾਂਸਲਰ ਆਫ ਦੈਟ ਯੂਨੀਵਰਸਿਟੀ। ਕੋਈ ਅੱਛਾ ਵਿਦਵਾਨ, ਮੈਂ ਵਾਈਸ ਚਾਂਸਲਰ ਦੇ ਨਾਮ ਲੈਣਾ ਨਹੀਂ ਚਾਹੁੰਦਾ, ਬਹੁਤ ਸਾਰੇ ਅੱਛੇ ਵਿਦਵਾਨ ਪੰਜਾਬ ਦੇ ਵਿੱਚ ਫਾਰਮ ਸਾਇੰਟਿਸਟ ਨੇ, ਕਿਸੇ ਉਸ ਨੂੰ ਚੁਣ ਕੇ ਇੱਕ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦਾ VC ਲਾਇਆ ਜਾਵੇ। ਸ਼ਾਇਦ ਰਿਸਰਚ ਦੇ ਹੈੱਡ ਦੀ ਵੀ ਜਗ੍ਹਾ ਖਾਲੀ ਆ, ਹੈੱਡ ਆਫ ਡਿਪਾਰਟਮੈਂਟਸ ਦੀ ਵੀ ਜਗ੍ਹਾ ਖਾਲੀ ਆ, ਡੀਨ ਦੀ ਵੀ ਜਗ੍ਹਾ ਖਾਲੀ ਆ। ਇਹ ਸਾਰੀਆਂ ਜਗ੍ਹਾ ਭਰਦੀਆਂ ਜਾਣ ਤਾਂ ਕਿ ਪੰਜਾਬ ਦੇ ਕਿਸਾਨਾਂ ਨੂੰ ਕੋਈ ਉੱਥੋਂ ਅੱਛੀ ਨੀਤੀ ਪੈਦਾ ਕਰਕੇ ਦਿੱਤੀ ਜਾ ਸਕੇ, ਚੰਗੇ ਬੀਜ ਪੈਦਾ ਕਰਕੇ ਦਿੱਤੇ ਜਾ ਸਕਣ, ਅੱਛੀ ਰਿਸਰਚ ਕਰਕੇ ਪੈਦਾ ਦਿੱਤੀ ਜਾ ਸਕੇ। ਇਸ ਮਸਲੇ ਦੇ ਨਾਲ ਤੁਹਾਨੂੰ ਸਾਰਿਆਂ ਨੂੰ ਅੱਜ ਮੈਂ ਪ੍ਰੈਸ ਕਾਨਫਰੰਸ ਲਈ ਬੁਲਾਇਆ ਸੀਗਾ। ਤੁਹਾਡਾ ਸਾਰਿਆਂ ਦਾ ਬੜਾ ਮਸ਼ਕੂਰ ਹਾਂ। ਇਹੀ ਨਜ਼ਰ ਆ ਰਿਹਾ ਵਾ। ਜੇ ਤੁਸੀਂ ਦੇਖੋ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਰਿਟ ਨੰਬਰ ਵਗੈਰਾ ਸਾਰਾ ਪਿੱਛੇ ਹੈਗਾ ਤੁਹਾਡੇ ਕੋਲ, ਇਹ ਸਾਰਾ ਤੁਸੀਂ ਪਿੱਛੇ ਚੈੱਕ ਕਰ ਲਓ। ਉਹਦੇ ਵਿੱਚ ਇਹਨਾਂ ਨੇ ਪੰਜਾਬ ਸਰਕਾਰ ਦੀ ਲਿਸਟ ਪ੍ਰੋਵਾਈਡ ਹੋਈ ਨਾ ਹਾਈ ਕੋਰਟ ਦੇ ਵਿੱਚ। ਸੋ ਹੁਣ ਸਾਨੂੰ ਲੱਗਦਾ ਵਾ ਕਿ ਸਿਕਿਉਰਿਟੀ ਲੈਣ ਦੇ ਨਜ਼ਰੀਏ ਦੇ ਨਾਲ ਉਹਨਾਂ ਨੇ ਕਿਹਾ ਇਹਨੂੰ ਇੱਕ ਕਨਵੀਨਰ ਸ਼ੋ ਕਰ ਦਿਓ ਪੰਜਾਬ ਦਾ। ਹੋ ਸਕਦਾ ਆਊਟਸਾਈਡਰ ਨੂੰ ਸਿਕਿਉਰਿਟੀ ਦੇਣ ਵਿੱਚ ਮੁਸ਼ਕਲ ਆਉਂਦੀ ਹੋਵੇ ਪੰਜਾਬ ਸਟੇਟ ਦੀ ਪੁਲਿਸ ਨੂੰ, ਤਾਂ ਉਹਨਾਂ ਨੇ ਕਿਹਾ ਇੱਥੇ ਕਨਵੀਨਰ ਸ਼ੋ ਕਰ ਦਿਓ। ਸੋ ਦਿਸ ਇਜ਼ ਚੀਟਿੰਗ ਆਫ ਦ ਲੋਐਸਟ ਲੈਵਲ, ਬੇਈਮਾਨੀ, ਥੱਲੜੇ ਪੱਧਰ ਦੀ ਬੇਈਮਾਨੀ ਕਰਕੇ ਸਿਰਫ ਸਿਕਿਉਰਿਟੀ ਦੀ ਭੁੱਖ ਦਿਖਾਈ ਆ। ਫਿਰ ਮੈਂ ਉਸ ਸ਼ੁਰੂ 'ਚ ਕਿਹਾ ਸੀ, ਜਿਹੜੇ ਕਹਿੰਦੇ ਅਸੀਂ ਤਾਂ ਆਮ ਆਦਮੀ ਆ, ਅਸੀਂ ਤਾਂ ਕੋਈ ਸਿਕਿਉਰਿਟੀ ਲੈਣੀ ਨਹੀਂ, ਅਸੀਂ ਤਾਂ ਮਕਾਨ ਨਹੀਂ ਲੈਣਾ, ਅਸੀਂ ਗੱਡੀ ਨਹੀਂ ਲੈਣੀ, ਆਹ ਦੇਖ ਲਓ ਕੀ ਕੁਝ ਕਰ ਰਹੇ ਨੇ। ਔਰ ਆਪਣੇ ਬੱਚਿਆਂ ਦੀ ਕਸਮ ਖਾਧੀ ਸੀ, ਆਪਣੇ ਬੱਚਿਆਂ ਨੂੰ ਨਾਲ ਖੜੇ ਕਰਕੇ ਕਸਮ ਖਾਧੀ ਸੀ ਕਿ ਅਸੀਂ ਇਸ ਤਰ੍ਹਾਂ ਦਾ ਕੋਈ ਖਰਚਾ ਗਲਤ ਨਹੀਂ ਕਰਾਂਗੇ। ਔਰ ਜਿਹੜਾ ਆਦਮੀ ਕਹਿੰਦਾ ਵਾ कि असी जी मैं इस देश के लिए अपनी जान मार दूंगा, इस देश को नंबर 1 का सूबा बनाऊंगा, आ चीटिंग करता वो बंदा यार। झूठे अपने आप को डेजिग्नेट कराਉਂਦਾ ਵਾ अपने मुख मंत्री ਨੂੰ कह के। और ਜਿਹੜਾ ਬੰਦਾ ਵਿਕਰਮ ਮਜੀਠੀਏ ਕੋਲੋਂ ਤਲਵੇ ਚੱਟ ਕੇ ਮਾਫੀ ਮੰਗਦਾ, ਇੱਕ ਛੋਟੇ ਜਿਹੇ ਡੈਫਾਮੇਸ਼ਨ ਕੇਸ ਦੀ ਮਾਮੂਲੀ ਜਿਹਾ ਮੇਰੇ ਖਿਲਾਫ ਈਡੀ ਦੇ ਮੁਕੱਦਮੇ 7 ਮੁਕੱਦਮੇ ਬਾਦਲਾਂ ਨੇ ਕੀਤੇ। ਚਲੋ ਮੈਂ ਇਕੱਲਾ ਨਹੀਂ, ਕਿੰਨੇ ਮੁਕੱਦਮੇ ਪੋਲੀਟੀਕਲ ਲੀਡਰਸ ਦੇ ਖਿਲਾਫ ਹੋਏ, ਕਦੀ ਕਿਸੇ ਨੇ ਜਾ ਕੇ ਪੈਰ ਫੜ ਕੇ ਮਾਫੀ ਮੰਗੀ ਹੈ। ਇੱਕ ਪਾਸੇ ਕਹਿੰਦਾ ਜਾਨ ਮਾਰ ਦੂੰਗਾ, ਜਾਨ ਤਾਂ ਤੂੰ ਤਾਂ ਮਾਰੇਗਾ ਜੇ ਤੇਰੇ ਦਿਲ ਵਿੱਚ ਜਾਨ ਹੋਊਗੀ। ਤਾਂ ਮੰਗਦਾ ਤਾਂ ਮਾਫੀ ਤੂੰ ਵਿਕਰਮ ਮਜੀਠੀਏ ਤੋਂ, ਝੂਠੇ ਤੱਥ ਦੇ ਕੇ ਮੰਗਦਾ ਤਾਂ ਤੂੰ ਸਿਕਿਉਰਿਟੀਆਂ ਪੰਜਾਬ ਦੀ ਸਰਕਾਰ ਕੋਲ ਕਮਾਂਡੋ ਚਾਹੁੰਦਾ ਆਪਣੀ ਹਿਫਾਜ਼ਤ ਦੇ ਵਾਸਤੇ।
ਇਹਦਾ ਅਸਲੀ ਕਿਰਦਾਰ ਹੈ। ਮੈਂ ਤਾਂ ਹਿਮਾਚਲ ਦੇ ਬਸ਼ਿੰਦਿਆਂ ਨੂੰ ਕਹੂੰਗਾ, ਤੁਹਾਨੂੰ ਇੱਥੇ ਇਹ ਬੇਵਕੂਫ ਬਣਾਉਣਾ ਆਉਂਦਾ ਵਾ। ਪੰਜਾਬ ਦੇ ਲੋਕਾਂ ਨੇ ਇਹਦੀ ਅੱਛੀ ਤਰ੍ਹਾਂ ਪਹਿਚਾਣ ਕਰ ਲਈ ਆ, ਸੰਗਰੂਰ ਦੇ ਵਿੱਚ ਮੂੰਹ ਤੋੜ ਜਵਾਬ ਦੇ ਦਿੱਤਾ ਵਾ। ਇਸ ਤੋਂ ਬਚ ਜਾਓ, ਇਹ ਮਹਾ ਡੁਪਲੀਕੇਟ ਬੰਦਾ ਹੈ। ਇਹ ਤੁਹਾਨੂੰ ਜਿੱਦਾਂ ਪੰਜਾਬ ਨੂੰ ਤਬਾਹ ਕੀਤਾ, ਸਾਡੀ ਅਰਥ ਵਿਵਸਥਾ ਤਬਾਹ ਕਰ ਦਿੱਤੀ ਇਹਨਾਂ ਨੇ। ਐਡੇ ਵੱਡੇ ਵੱਡੇ ਇਸ਼ਤਿਹਾਰ, ਜਿਹੜੀ ਬਿਜਲੀ 300 ਯੂਨਿਟ ਦਿੱਤੀ ਫ੍ਰੀ ਪੰਜਾਬ ਦੇ ਵਿੱਚ, ਲੈਣ ਵਾਲੇ ਪੰਜਾਬੀ ਨੇ ਦਿੱਤੇ ਇਸ਼ਤਿਹਾਰ ਗੁਜਰਾਤ ਦੇ ਵਿੱਚ ਨੇ। ਸੋ ਇਹ ਮੇਰਾ ਸਭ ਕੁਝ ਕਹਿਣਾ ਸੀਗਾ ਤੁਹਾਨੂੰ। ਜਿੱਥੋਂ ਤੱਕ ਮੇਰੀ ਜਾਣਕਾਰੀ, ਉਸ ਪੰਜਾਬ ਦਾ ਪ੍ਰਧਾਨ ਤਾਂ ਭਗਵੰਤ ਮਾਨ ਹੀ ਸੀਗਾ ਨਾ। ਮੈਂ ਉਹੀ ਤਾਂ ਤੁਹਾਨੂੰ ਪੁੱਛਣਾ ਚਾਹੁੰਦਾ, ਤੁਹਾਡੇ ਸਾਹਮਣੇ ਮੈਂ ਸਾਰੇ ਤੱਥ ਲੈ ਕੇ, ਤੁਸੀਂ ਪੁੱਛੋ ਨਾ ਉਹਨਾਂ ਨੂੰ ਕਿ ਪੰਜਾਬ ਦਾ ਪ੍ਰਧਾਨ ਕੌਣ ਹੈ। ਹਾਂਜੀ, ਜਿਸ ਆਦਮੀ ਨੇ, ਵਿਨੋਦ ਕਈ ਨੇ ਰਾਮ ਰਹੀਮ ਦੀ ਡਿਫੈਂਸ ਕੀਤੀ, ਇਹਦਾ ਮਤਲਬ ਰਾਮ ਰਹੀਮ ਕੋਲੋਂ ਮੋਟੀ ਫੀਸ ਲਈ। ਛੋਟਾ ਮੋਟਾ ਤਾਂ ਬੰਦਾ ਉਹ ਵੀ ਨਹੀਂਗਾ, ਤੇ ਛੋਟਾ ਮੋਟਾ ਵਕੀਲ ਇਹ ਵੀ ਨਹੀਂਗਾ। ਮੇਰੇ ਹਿਸਾਬ ਦੇ ਨਾਲ ਉਹਦੇ ਬਹੁਤ ਵੱਡੀ ਟ੍ਰਾਂਜੈਕਸ਼ਨ ਇਹਨਾਂ ਦੀ ਆਪਸ ਵਿੱਚ ਹੋਈ ਹੋਊਗੀ। ਜਿਹੜਾ ਬੰਦਾ ਇੱਕ ਆਦਮੀ ਦੀ ਓਬਲੀਗੇਸ਼ਨ ਥੱਲੇ ਆ, ਉਹਦੇ ਤੋਂ ਫੀਸ ਲਈ ਹੋਈ ਆ, ਉਹਦੇ ਖਿਲਾਫ ਕਿੱਦਾਂ ਕਾਰਵਾਈ ਸੁਜੈਸਟ ਕਰ ਦੂਗਾ? ਫਿਰ ਉਹਨਾਂ ਦੇ ਬੰਦੇ ਵੀ ਬਚਾਏ ਜਾਣਗੇ। ਇਹਨਾਂ ਨੇ ਕਰਨੀ ਸਾਰੀ। ਇਹ ਬਰਗਾੜੀ ਦਾ ਇਨਸਾਫ ਕਿੱਦਾਂ ਦੇ ਦੇਣਗੇ? ਜਿਹੜਾ ਆਦਮੀ ਬਰਗਾੜੀ ਦੇ ਸਾਰੇ ਹਾਲਾਤ ਪੈਦਾ ਕਰਨ ਵਾਲਾ ਆਦਮੀ, ਜਿਹੜਾ ਉਸ ਦਾ ਵਕੀਲ ਰਿਹਾ ਵਾ, ਉਹ ਹੁਣ ਕਹਿੰਦਾ ਵਾ ਕਿ ਮੈਂ ਪੰਜਾਬ ਸਰਕਾਰ ਨੂੰ ਡਿਫੈਂਡ ਕਰੂੰਗਾ। ਵੀ ਹੈਵ ਆਵਰ ਕੰਪਲੀਟ 100% ਡਾਊਟ ਕਿ ਜਿਹੜੇ ਗੁਨਾਹਗਾਰ ਜਿਨ੍ਹਾਂ ਦੇ ਖਿਲਾਫ ਚਲਾਨ ਪੇਸ਼ ਹੋਏ ਨੇ, ਜਿਹੜੇ ਡੇਰੇ ਨਾਲ ਕਨੈਕਟਡ ਲੋਕ ਸੀਗੇ, ਜਿਨ੍ਹਾਂ ਨੇ ਬੇਅਦਬੀਆਂ ਕੀਤੀਆਂ, ਜਿਹਦੇ ਕਰਕੇ ਬਾਈਬਲ ਕਲਾਂ 'ਚ ਕਤਲ ਹੋਏ, ਇਹ ਪੱਕਾ ਉਹਨਾਂ ਨੂੰ ਛੁਡਾਵੇਗਾ। ਕਈਆਂ ਦੇ ਰਹਿ ਚੁੱਕੇ ਨੇ, ਸੁਮੇਧ ਸਿੰਘ ਸੈਣੀ ਸਮੇਤ ਕਈ ਇਸ ਤਰ੍ਹਾਂ ਦੇ ਬੰਦਿਆਂ ਦੇ ਜਿਹੜੇ ਜ਼ਿੰਮੇਵਾਰ ਨੇ ਪੰਜਾਬ ਦੀ ਤਬਾਹੀ ਦੇ ਵਾਸਤੇ, ਉਹਨਾਂ ਦੇ ਵਕੀਲ। ਇਹ ਮੇਰਾ ਕੰਮ ਨਹੀਂਗਾ ਜੀ, ਮੈਂ ਪਬਲਿਕ ਡੋਮੇਨ 'ਚ ਲੈ ਕੇ ਆਇਆ ਵਾਂ। ਇਹ ਭਗਵੰਤ ਮਾਨ ਨੇ ਦੇਖਣਾ ਵਾ ਕਿ ਅਸੀਂ ਰਾਮ ਰਹੀਮ ਦੀ ਹਿਫਾਜ਼ਤ ਕਰਨ ਵਾਲੇ ਨੂੰ ਐਡਵੋਕੇਟ ਜਨਰਲ ਲਾਉਣਾ ਵਾ ਕਿ ਬਰਗਾੜੀ ਨੂੰ ਇਨਸਾਫ ਦੇਣ ਵਾਲੇ ਬੰਦੇ ਨੂੰ ਐਡਵੋਕੇਟ। ਧੰਨਵਾਦ।